ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬੀ ਸਾਹਿਤਕ ਮੰਚ YouTube ਚੈਨਲ ਉੱਤੇ ਅੱਜ ਸੁਣਦੇ ਹਾਂ ਅਜੀਤ ਕੌਰ ਦੀ ਲਿਖੀ ਕਹਾਣੀ ਸੂਲੀ ਉੱਤੇ ਲਟਕੇ ਪਲ। ਸਵੇਰੇ ਜਦੋਂ ਉਹ ਸੁੱਤੀ ਉੱਠੀ ਤਾਂ ਕਰੁਣਾ ਨੂੰ ਸਮਝ ਨਹੀਂ ਸੀ ਆ ਰਹੀ ਕਿ ਅੱਜ ਦਾ ਦਿਨ ਉਹ ਲੀਨੂ ਨਾਲ ਕਿੰਜ ਬਿਤਾਵੇ। ਐਤਵਾਰ ਸੀ। ਕਰੁਣਾ ਦਾ ਮਨ ਬਿਸਤਰੇ ਵਿੱਚੋਂ ਉੱਠਣ ਉੱਤੇ ਜਮਾਂ ਵੀ ਨਹੀਂ ਸੀ ਕਰਦਾ। ਇੱਕ ਅਜੀਬ ਜਿਹੀ ਅੱਧਹੋਸ਼ੀ, ਇੱਕ ਅਜੀਬ ਸਿਥਲਤਾ ਉਹਦੇ ਅੰਗ ਸੰਗ ਉੱਤੇ ਕਾਈ ਵਾਂਗੂ ਜੰਮ ਗਈ ਸੀ। ਕਿੰਨੀਆਂ ਹੀ ਰਾਤਾਂ ਹੋ ਗਈਆਂ ਸਨ, ਖੁੱਭ ਕੇ ਨੀਂਦਰ ਨਹੀਂ ਸੀ ਆਈ ਉਹਨੂੰ। ਰੋਜ਼ ਸਵੇਰੇ ਜਦੋਂ ਉਹ ਬਿਸਤਰੇ ਵਿੱਚੋਂ ਉੱਠਦੀ, ਉਹਨੂੰ ਲੱਗਦਾ ਮੀਲਾਂ ਦੇ ਮੀਲ ਸਾਰੀ ਰਾਤ ਉਹ ਤੁਰਦੀ ਰਹੀ ਸੀ। ਸੱਤੀ ਸਵੇਰੀ ਜਦੋਂ ਲੋਕ ਹੌਲੇ ਫੁੱਲ ਹੋ ਕੇ ਜਾਗਦੇ ਹਨ ਤਾਂ ਉਹ ਮਣਾ ਮੂੰਹੀ ਥਕਾਵਟ ਨਾਲ ਲੱਦੀ ਹੋਈ ਜਾਗਦੀ। ਤੇ ਅੱਜ ਰਾਤ ਤਾਂ ਨੀਂਦਰ ਉਹਨੂੰ ਉੱਕਾ ਹੀ ਨਹੀਂ ਸੀ ਆਈ। ਪ੍ਰਭਾਤ ਵੇਲੇ ਕੁੱਕੜ ਬੋਲਦੇ ਉਹਨੇ ਸੁਣ ਲਏ। ਹੌਲੀ ਜਿਹੀ ਉੱਠ ਕੇ ਉਹ ਲੀਨੂ ਦੀ ਮੰਜੀ ਉੱਤੇ ਜਾ ਕੇ ਲੇਟ ਗਈ ਤੇ ਸੁੱਤੀ ਪਈ ਨੂੰ ਵੇਖਦੀ ਰਹੀ। ਫਿਰ ਉਹਨੇ ਉਹਦੀ ਛੋਟੀ ਜਿਹੀ ਗੱਲ ਨਾਲ ਆਪਣੀ ਗੱਲ ਜੋੜੀ ਤੇ ਪਤਾ ਹੀ ਨਹੀਂ ਕਿਸ ਵੇਲੇ ਉਹਦੀ ਅੱਖ ਲੱਗ ਗਈ। ਸਵੇਰੇ ਜਾਗੀ ਤਾਂ ਕਰੁਣਾ ਸੋਚਣ ਲੱਗੀ ਕਿ ਅੱਜ ਦਾ ਦਿਨ ਕਿਸ ਤਰ੍ਹਾਂ ਬਿਤਾਵੇ। ਸੁੱਤੀ ਰਹੇ, ਲੇਟੀ ਰਹੇ ਜਾਂ ਫਿਰ ਉੱਠ ਜਾਏ। ਬੜੀ ਦੇਰ ਉਹ ਉਸੇ ਤਰ੍ਹਾਂ ਲੇਟੀ ਰਹੀ। ਲੀਨੂ ਦੇ ਪੱਧਰੇ ਆਉਂਦੇ ਜਾਂਦੇ ਸਾਹਾਂ ਨੂੰ ਸੁਣਦੀ ਰਹੀ। ਉਹਦੀ ਨੌਕਰਾਣੀ ਨੇ ਜਦੋਂ ਗਰਮ ਪਿਆਲਾ ਚਾਹ ਦਾ ਲਿਆ ਕੇ ਕੋਲ ਰੱਖਿਆ ਤਾਂ ਉਹ ਉੱਠ ਕੇ ਬੈਠ ਗਈ। ਬੀਬੀ ਜੀ, आज क्या बात हुई, उठोगी नहीं? कुछ नहीं कटोरिया, बस अज ऐतवार है ना। अज ऐतवार है ते कल सोमवार, ते सोमवार सवेरे ही। बस 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 कुछ ना सोच। ਉਹਦੇ ਅੰਦਰੋਂ ਕੁਝ ਚੀਕਿਆ। ਚਾਹ ਦਾ ਕੱਪ ਖਤਮ ਕਰਕੇ ਉਹਨੇ ਵਾਪਸ ਮੇਜ਼ ਉੱਤੇ ਰੱਖ ਦਿੱਤਾ। ਉਹਨੂੰ ਲੱਗਾ ਉਹਦੇ ਸਿਰ ਵਿੱਚ ਕਿਸੇ ਹਨੇਰੀ ਦੇ ਵਗਣ ਦਾ ਸ਼ੋਰ ਹੈ, ਘੱਟੇ ਦਾ ਗੁਬਾਰ ਹੈ, ਦੂਰੋਂ ਆਉਂਦੀ ਹੁੰਕਾਰ, ਤੇ ਬਸ ਕੁਝ ਦਿਸਦਾ ਨਹੀਂ, ਕੁਝ ਸੁਣਦਾ ਨਹੀਂ। ਅੱਜ ਐਤਵਾਰ ਹੈ ਤੇ ਕੱਲ ਸੋਮਵਾਰ। ਸੋਮਵਾਰ ਸਵੇਰੇ ਕਰੁਣਾ ਨੇ ਘੜੀ ਵੱਲ ਤੱਕਿਆ। 8:30 ਵਜੇ ਸਨ। ਕੱਲ 10 ਵਜੇ ਤੋਂ ਮਗਰੋਂ ਕਿਸੇ ਵੇਲੇ ਵੀ ਹਾਂ ਤੇ ਅਸਲ ਵਿੱਚ 25 ਘੰਟੇ ਹੀ ਹੋਏ ਨਾ। ਤੇ ਕਰੁਣਾ ਨੇ ਲੀਨੂ ਦੇ ਮੂੰਹ ਵੱਲ ਤੱਕਿਆ। ਲੀਨੂ ਦੀਆਂ ਕਾਲੀਆਂ ਲੰਮੀਆਂ ਰੇਸ਼ਮੀ ਪਲਕਾਂ ਉਹਦੀਆਂ ਗੋਲ ਗੱਲਾਂ ਦੇ ਕਿਨਾਰੇ ਉੱਤੇ ਹਲਕੀ ਜਿਹੀ ਛਾਂ ਕਰ ਰਹੀਆਂ ਸਨ। ਉਹਦੇ ਵਾਲਾਂ ਦੇ 2-3 ਘੁੰਗਰ ਉਹਦੇ ਮੱਥੇ ਉੱਤੇ ਪਲਮ ਆਏ ਸਨ। ਤੇ ਕਰੁਣਾ ਨੂੰ ਮਿਸਿਸ ਦੀਵਾਨ ਦੀ ਗੱਲ ਯਾਦ ਆ ਗਈ। ਹੈ ਜੇ ਤੇਰੀ ਧੀ ਬਸ 6-7 ਸਾਲ ਹੋਰ ਵੱਡੀ ਹੁੰਦੀ ਨਾ ਤਾਂ ਮੈਂ ਆਪਣੇ ਲਲਿਤ ਲਈ ਇਹਨੂੰ ਬਹੂ ਬਣਾ ਕੇ ਲੈ ਜਾਂਦੀ। ਲੀਨੂ ਬੇਟਾ, ਤੂੰ 8-7 ਵਰ੍ਹੇ ਪਹਿਲਾਂ ਕਿਉਂ ਨਹੀਂ ਸੀ ਜੰਮੀ? ਤੇ ਲੀਨੂ ਸ਼ਰਮਾ ਕੇ ਆਖਦੀ, ਪਤਾ ਨਹੀਂ ਆਂਟੀ, ਇਹ ਤੇ ਮੇਰੀ ਮੰਮੀ ਨੂੰ ਹੀ ਪਤਾ ਏ। ਪਤਾ ਨਹੀਂ ਕੀ ਸੀ, ਮੁਸਕਰਾਹਟ ਸੀ ਕਿ ਕੋਈ ਅਥਰੂ ਸੀ ਕਿ ਕੋਈ ਸਾਹ ਸੀ ਜਿਹੜਾ ਕਰੁਣਾ ਦੇ ਸੰਗ ਵਿੱਚ ਆ ਕੇ ਅੜ ਗਿਆ। ਕਰੁਣਾ ਨੇ ਇੱਕ ਖਾਲੀ ਘੁੱਟ ਭਰਿਆ ਤੇ ਸੰਘੋਂ ਹੇਠਾਂ ਕਿਸੇ ਚੀਜ਼ ਨੂੰ ਲੰਘਾਉਣ ਦੀ ਕੋਸ਼ਿਸ਼ ਕੀਤੀ। ਕਰੁਣਾ ਬੇਧਿਆਨੇ ਅਖਬਾਰ ਵੇਖਣ ਲੱਗੀ। ਸਪਰੂ ਹਾਊਸ ਵਿੱਚ ਬੱਚਿਆਂ ਦੀਆਂ 2 ਚੰਗੀਆਂ ਫਿਲਮਾਂ ਲੱਗੀਆਂ ਸਨ। ਹਾਂ, ਇਹ ਠੀਕ ਰਹੇਗਾ, ਲੀਨੂ ਨੂੰ ਲੈ ਕੇ ਜਾਂਦੀ ਹਾਂ, ਫੇਰ ਪਤਾ ਨਹੀਂ। ਕਰੁਣਾ ਨੇ ਲੀਨੂ ਨੂੰ ਉਠਾਇਆ ਤੇ ਤਿਆਰ ਕੀਤਾ। ਲੀਨੂ ਨੇ ਕਿਹਾ, ਅੰਮੀ ਕਿਹੜੀ ਫਰਾਕ ਪਾਵਾਂ ਮੈਂ? ਤੇ ਕਰੁਣਾ ਨੇ ਅਲਮਾਰੀ ਖੋਲ੍ਹ ਦਿੱਤੀ। ਲੀਨੂ ਦੇ ਫਰਾਕ ਤੇ ਸਕਰਟਾਂ ਬਲਾਊਜ਼ ਹੈਂਗਰਾਂ ਉੱਤੇ ਟੰਗੇ ਹੋਏ ਸਨ। ਕਰੁਣਾ ਦੇ ਆਪਣੇ ਕੱਪੜੇ ਬਸ ਥੋੜ੍ਹੇ ਜਿਹੇ ਸਨ, ਬਾਕੀ ਸਾਰੇ ਲੀਨੂ ਦੇ ਸਨ। ਕਰੁਣਾ ਨੇ ਕਿਹਾ ਕਿ ਜਿਹੜਾ ਤੈਨੂੰ ਪਸੰਦ ਹੈ ਪਾ ਲੈ। ਲੀਨੂ ਦੇ ਮੂੰਹ ਉੱਤੇ ਇੱਕ ਹਲਕਾ ਜਿਹਾ ਪਰਛਾਵਾਂ ਆਇਆ। ਉਹਨੇ ਆਪਣੀ ਮਾਂ ਦੇ ਮੂੰਹ ਵੱਲ ਤੱਕਿਆ। ਕਰੁਣਾ ਦੂਜੇ ਪਾਸੇ ਤੱਕਣ ਲੱਗੀ। 2 ਕਦਮ ਉੱਧਰ ਹੋ ਕੇ ਮੇਜ਼ ਤੋਂ ਐਵੇਂ ਹੀ ਕੋਈ ਕਿਤਾਬ ਚੁੱਕ ਕੇ ਸਿੱਧੀ ਕਰਕੇ ਰੱਖਣ ਲੱਗ ਪਈ। ਪਿੱਛੇ ਹੋ ਰਹੀ ਖਟਰ ਤੋਂ ਉਹਨੇ ਅੰਦਾਜ਼ਾ ਲਾਇਆ ਕਿ ਲੀਨੂ ਹੈਂਗਰ ਤੋਂ ਕੋਈ ਕੱਪੜਾ ਲਾ ਰਹੀ ਸੀ। ਕਰੁਣਾ ਨੇ ਤੱਕਿਆ। ਉਹਨੇ ਕਾਲਾ ਸ਼ੀਸ਼ਿਆਂ ਵਾਲਾ ਸਕਰਟ ਲਾਇਆ ਸੀ ਤੇ ਗਾੜੇ ਪੀਲੇ ਰੰਗ ਦਾ ਹੈਂਡਲੂਮ ਸਿਲਕ ਦਾ ਬਲਾਊਜ਼। ਚੁੱਪ ਚਾਪ ਕੱਪੜੇ ਹੱਥ ਵਿੱਚ ਫੜ ਕੇ
ਲੀਨੂ ਦੂਜੇ ਕਮਰੇ ਵਿੱਚ ਚਲੀ ਗਈ। ਕੁਝ ਚਿਰ ਤੋਂ ਉਹ ਕੱਪੜੇ ਕਰੁਣਾ ਦੇ ਸਾਹਮਣੇ ਨਹੀਂ ਸੀ ਬਦਲਦੀ। ਕਰੁਣਾ ਸੋਚਦੀ, ਲੀਨੂ ਨੂੰ ਵੀ ਅਹਿਸਾਸ ਹੋ ਰਿਹਾ ਹੈ ਕਿ ਉਹ ਵੱਡੀ ਹੋ ਗਈ ਹੈ। ਪਗਲੀ ਮਾਂ ਕੋਲੋਂ ਵੀ ਸ਼ਰਮ ਆਉਣ ਲੱਗ ਪਈ ਹੈ ਇਹਨੂੰ, ਤੇ ਕਰੁਣਾ ਲਈ ਉਹ ਪਲ ਔਖਰਤਾ ਘੱਟ ਨਹੀਂ ਸੀ। ਕਰੁਣਾ ਹਾਲੀ ਉਸੇ ਤਰ੍ਹਾਂ ਮੇਜ਼ ਦੇ ਨੇੜੇ ਚੁੱਪਚਾਪ ਖੜੋਤੀ ਸੀ ਕਿ ਲੀਨੂ ਕੱਪੜੇ ਬਦਲ ਕੇ ਆ ਗਈ। ਅੱਜ ਕਰੁਣਾ ਨੂੰ ਉਹ ਅੱਗੇ ਨਾਲੋਂ ਵੱਡੀ ਲੱਗੀ, ਅੱਗੇ ਨਾਲੋਂ ਲੰਬੀ ਲੱਗੀ। ਕਟੋਰੀ ਮੇਜ਼ ਉੱਤੇ ਚਾਹ ਰੱਖ ਗਈ ਸੀ। ਕਰੁਣਾ ਨੇ ਕਿਹਾ, ਲੀਨੂ 2 ਕੱਪ ਬਣਾ ਛੇਤੀ ਨਾਲ, ਮੈਂ ਆਉਂਦੀ ਹਾਂ। ਉਹ ਜਿਵੇਂ ਲੀਨੂ ਤੋਂ ਆਪਣੇ ਮੂੰਹ ਉੱਤੇ ਆਏ ਪਰਛਾਵੇਂ ਲੁਕਾ ਲੈਣਾ ਚਾਹੁੰਦੀ ਸੀ। ਮੇਜ਼ ਉੱਤੇ ਬੈਠੀ ਕਰੁਣਾ ਆਪਣੇ ਕੱਪ ਵਿੱਚ ਚਮਚਾ ਹਿਲਾ ਰਹੀ ਸੀ, ਭਾਵੇਂ ਉਹਨੂੰ ਪਤਾ ਸੀ ਕਿ ਅੱਧਾ ਚਮਚ ਖੰਡ ਚਕੋਰਨੀ ਘੁਲ ਚੁੱਕੀ ਹੋਵੇਗੀ। ਲੀਨੂ ਪਰੌਂਠਾ ਤੇ ਮੱਖਣ ਖਾ ਰਹੀ ਸੀ। ਅਚਾਨਕ ਕਰੁਣਾ ਨੂੰ ਲੱਗਾ ਕਿ ਲੀਨੂ ਵੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੀ ਸੀ ਕਿ ਉਹਦੇ ਮੂੰਹ ਉੱਤੇ ਕੋਈ ਪਰਛਾਵਾਂ ਨਾ ਆਵੇ। ਕਰੁਣਾ ਨੂੰ ਲੱਗਾ ਜਿਵੇਂ ਲੀਨੂ ਕੁਝ ਦਿਨਾਂ ਵਿੱਚ ਹੀ ਵੱਡੀ ਹੋ ਗਈ ਹੋਵੇ, ਉਹਦੇ ਆਪਣੇ ਹਾਣ ਦੀ ਹੋ ਗਈ ਹੋਵੇ। 2 ਹਾਣ ਦੀਆਂ ਕੁੜੀਆਂ, 2 ਹਾਣ ਦੀਆਂ ਔਰਤਾਂ ਸਨ ਉਹ, ਤੇ ਇੱਕ ਬੋਲ ਸੀ ਜਿਸ ਤੋਂ ਦੋਵੇਂ ਨਹੀਂ ਸਨ ਬੋਲ ਰਹੀਆਂ, ਤੇ ਦੋਵੇਂ ਇੱਕ ਦੂਜੇ ਦਾ ਦਿਲ ਰੱਖਣ ਲਈ ਮਾਸੂਮ ਜਿਹੀ ਐਕਟਿੰਗ ਕਰ ਰਹੀਆਂ ਸਨ। ਲੀਨੂ ਮੱਖਣ ਹੋਰ ਲੈ ਲੈ, ਦੇ ਦਿਓ ਅੰਮੀ। ਸਿਰਫ ਅੰਮੀ ਨੂੰ ਰਜਾਉਣ ਲਈ ਹੀ ਜਿਵੇਂ ਉਹ ਮੱਖਣ ਖਾ ਰਹੀ ਸੀ। ਤੇ ਕੱਲ ਪਤਾ ਨਹੀਂ ਕਰੁਣਾ ਨੇ ਅੱਗੋਂ ਸੋਚਣੋਂ ਆਪਣੇ ਆਪ ਨੂੰ ਪੂਰੇ ਜ਼ੋਰ ਨਾਲ ਵਰਚਿਆ। ਤਿਆਰ ਹੋ ਕੇ ਦੋਵੇਂ ਸਪਰੂ ਹਾਊਸ ਪਹੁੰਚੀਆਂ। ਕਰੁਣਾ ਹਾਲ ਦੇ ਹਨੇਰੇ ਦੀ ਫਿਲਮ ਦੀ ਧੰਨਵਾਦੀ ਸੀ। ਫਿਲਮ ਤੇ ਹਨੇਰਾ ਉਹਨਾਂ 5.5 ਘੰਟਿਆਂ ਦੇ ਕੁਝ ਹਿੱਸੇ ਨੂੰ ਭਰ ਰਹੇ ਸਨ। ਫਿਲਮ ਤੋਂ ਮਗਰੋਂ ਉਹ ਕੁਈਨਜ਼ ਵੇ ਗਈਆਂ। ਕਰੁਣਾ ਨੇ ਲੀਨੂ ਨੂੰ ਜੈਪੁਰ ਦੀਆਂ ਮੋਤੀਆਂ ਵਾਲੀਆਂ ਮੋਟੀਆਂ ਚੂੜੀਆਂ ਲੈ ਦਿੱਤੀਆਂ। ਇੱਕ ਕਹਾਣੀਆਂ ਦੀ ਕਿਤਾਬ ਲੈ ਦਿੱਤੀ। ਖਾਏਗੀ ਕੀ ਲੀਨੂ? ਕੁਝ ਨਹੀਂ ਅੰਮੀ। ਪਰ ਲੀਨੂ ਨੇ ਜਦੋਂ ਇਹ ਕਹਿ ਕੇ ਆਪਣੀ ਮਾਂ ਦੇ ਮੂੰਹ ਵੱਲ ਤੱਕਿਆ ਤਾਂ ਉਹਦੇ ਮੂੰਹ ਉੱਤੇ ਪਤਾ ਨਹੀਂ ਕੀ ਸੀ। ਲੀਨੂ ਨੇ ਝੱਟ ਕਿਹਾ, ਅੰਮੀ ਕੁਆਲਿਟੀ ਲੈ ਚੱਲੋਗੇ? ਡਬਲ ਸੰਡੇ ਖਾਵਾਂਗੇ। ਲੀਨੂ ਨੇ ਡਬਲ ਸੰਡੇ ਲਿਆ ਤੇ ਕਰੁਣਾ ਨੇ ਕਾਫੀ ਦਾ ਕੱਪ। ਇੱਕ ਔਖੀ ਜਿਹੀ ਚੁੱਪ ਟੇਬਲ ਦੇ ਉੱਤੇ, ਟੇਬਲ ਦੇ ਆਲੇ ਦੁਆਲੇ ਮੰਡਲਾਉਂਦੀ ਰਹੀ। ਬੇਮਤਲਬ ਉਹ ਦੋਵੇਂ ਹੋਰਨਾਂ ਲੋਕਾਂ ਵੱਲ ਤੇ ਇੱਧਰ ਉੱਧਰ ਵੇਖਦੀਆਂ ਰਹੀਆਂ। ਸ਼ਾਮ ਹੋ ਚੱਲੀ ਸੀ। ਕਨਾਟ ਪੈਲੇਸ ਦੀ ਚਹਿਲ ਪਹਿਲ ਵੱਧਦੀ ਜਾ ਰਹੀ ਸੀ। ਥੋੜਾ ਜਿਹਾ ਤੁਰ ਕੇ ਕਰੁਣਾ ਨੇ ਲੀਨੂ ਕੋਲੋਂ ਪੁੱਛਿਆ ਕਿ ਹੁਣ ਘਰ ਚੱਲੀਏ ਕਿ ਹੋਰ ਕਿਧਰੇ ਚੱਲੀਏ। ਲੀਨੂ ਨੇ ਰਤਾ ਸੋਚ ਕੇ ਕਿਹਾ ਕਿ ਅੰਮੀ ਮੈਂ ਰਜਨੀ ਨੂੰ ਮਿਲ ਲਵਾਂ। ਕਰੁਣਾ ਤ੍ਰਪਕੀ, ਮਿਲ ਲਵਾਂ? ਤਾਂ ਕਿ ਉਹਨੂੰ ਵੀ ਡਰ ਸੀ ਕਿ ਕਿਤੇ। ਆਪਣੇ ਆਪ ਨੂੰ ਕਰੁਣਾ ਨੇ ਸੰਭਾਲਿਆ। ਹਾਂ ਜ਼ਰੂਰ, ਹੁਣੇ ਚੱਲਦੇ ਹਾਂ। ਰਜਨੀ ਜਦੋਂ ਲੀਨੂ ਨੂੰ ਆਪਣੇ ਕਮਰੇ ਵਿੱਚ ਲੈ ਗਈ ਤਾਂ ਰਜਨੀ ਦੀ ਮਾਂ ਨੇ ਬੜੀ ਰਾਜ਼ਦਾਰੀ ਨਾਲ ਕਰੁਣਾ ਦੇ ਕੋਲ ਸੋਫੇ ਉੱਤੇ ਬਹਿ ਕੇ ਪੁੱਛਿਆ ਕਿ ਮੈਂ ਸੁਣਿਆ ਹੈ ਕਿ। ਕਰੁਣਾ ਨੂੰ ਇਸ ਤਰ੍ਹਾਂ ਦੀ ਰਾਜ਼ਦਾਰੀ ਦੀ, ਇਸ ਤਰ੍ਹਾਂ ਦੀ ਹਮਦਰਦੀ ਨਾਲ ਚਿੜ ਸੀ। ਉਹਨੂੰ ਕਿਸੇ ਅੱਗੇ ਆਪਣਾ ਦੁੱਖ ਫੋਲ ਕੇ ਬਹਿ ਜਾਣਾ ਕਿਸੇ ਭਿਖਾਰੀ ਦਾ ਰਾਹ ਜਾਂਦਿਆਂ ਸਾਹਮਣੇ ਆਪਣੇ ਕੋੜ ਵਾਲੇ ਅੰਗ ਦਾ ਵਿਖਾਲਾ ਪਾਉਣ ਦੇ ਤੁਲ ਸੀ। ਉਹਦਾ ਜੀ ਕੀਤਾ ਉਹ ਉੱਥੋਂ ਉੱਠ ਜਾਏ, ਪਰ ਇਹ ਹੋ ਨਹੀਂ ਸੀ ਸਕਦਾ। ਸੋ ਉਹਨੇ ਝਟਪਟ ਰਜਨੀ ਦੀ ਮਾਂ ਦੀ ਗੱਲ ਕੱਟ ਕੇ ਕਿਹਾ, ਹਾਂ ਕੱਲ ਫੈਸਲਾ ਹੋਏਗਾ। ਤਰੀਕ ਹੈ ਕੱਲ। ਰਜਨੀ ਦੀ ਮਾਂ ਦੀ ਗੱਲ ਨੂੰ ਇੰਜ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਨਹੀਂ ਸੀ ਕਰਨਾ ਚਾਹੁੰਦੀ। ਹਾਂ ਕੱਲ। ਕਰੁਣਾ ਨੇ ਕੁੰਜ ਇੰਜ ਕਿਹਾ ਕਿ ਰਜਨੀ ਦੀ ਮਾਂ ਨੂੰ ਅੱਗੋਂ ਕੁਝ ਪੁੱਛਣ ਦੀ ਹਿੰਮਤ ਨਾ ਪਈ। ਹਨੇਰਾ ਹੋ ਰਿਹਾ ਸੀ ਤੇ ਠੰਡ ਵੱਧ ਰਹੀ ਸੀ। ਕਰੁਣਾ ਨੇ ਲੀਨੂ ਨੂੰ ਆਵਾਜ਼ ਮਾਰ ਕੇ ਬੁਲਾਇਆ ਤੇ ਕਿਹਾ ਕਿ ਬੇਟਾ ਵਾਪਸ ਚੱਲੀਏ ਹੁਣ। ਹਾਂ ਅੰਮੀ, ਮੈਂ ਤੇ ਥੱਕ ਵੀ ਗਈ ਹਾਂ। ਲੀਨੂ ਨੂੰ ਜਿਵੇਂ ਅਚਾਨਕ ਆਪਣੀ ਥਕਾਵਟ ਮਹਿਸੂਸ ਹੋਈ ਹੋਵੇ। ਘਰ ਪਹੁੰਚਦਿਆਂ ਤੱਕ ਰਾਤ ਹੋ ਗਈ। ਕਟੋਰੀ ਨੇ ਪੁੱਛਿਆ, ਕੀ ਰੋਟੀ ਬਣਾ ਦੇਣ ਬੀਬੀ? ਤੂੰ ਤਵਾ ਚੁੱਲ੍ਹੇ ਤੇ ਰੱਖ ਕਟੋਰੀਆ, ਮੈਂ ਆਉਂਦੀ ਹਾਂ। ਤੇ ਕਰੁਣਾ ਨੇ ਆਪ ਫੁਲਕੇ ਬਣਾਏ, ਨਰਮ, ਗੋਲ, ਫੁੱਲੇ ਹੋਏ, ਮੱਖਣ ਨਾਲ ਚੋਪੜੇ। ਫੁਲਕੇ ਬਣਾਉਂਦਿਆਂ ਉਹਦੇ ਅੰਦਰ ਪਤਾ ਨਹੀਂ ਕੀ ਮਰੋੜਿਆ ਜਾ ਰਿਹਾ ਸੀ। ਜਿਵੇਂ ਜਦੋਂ ਉਹ ਛੋਟੀ ਜਿਹੀ ਸੀ ਤਾਂ ਉਹਦੇ ਪਿਤਾ ਜੀ ਕਿੱਕਰ ਦੀ ਤਾਜ਼ੀ ਦਾਤਣ ਦੇ 2 ਟੁਕੜੇ ਕਰਨ ਲੱਗਿਆਂ ਉਹਨੂੰ ਮਰੋੜ ਮਰੋੜ ਕੇ ਤੋੜਦੇ ਹੁੰਦੇ ਸੀ। ਰੋਟੀ ਖਾਣ ਮਗਰੋਂ
ਲੀਨੂ ਚੁੱਪਚਾਪ ਆਪਣੀ ਰਜਾਈ ਵਿੱਚ ਵੜ ਗਈ। ਚੁੱਪ ਇੱਕ ਭਾਰੀ ਸਿੱਲ ਸੀ, ਇੱਕ ਵੱਡੀ ਸਾਰੀ ਚਟਾਨ ਸੀ ਜਿਸ ਦਾ ਭਾਰ ਜਿਵੇਂ ਸਾਰੇ ਦਾ ਸਾਰਾ ਕਰੁਣਾ ਦੀ ਛਾਤੀ ਤੇ ਪਿਆ ਹੋਇਆ ਸੀ। ਲੀਨੂ ਬੇਟਾ, ਤੂੰ ਹੱਥਾਂ ਉੱਤੇ ਕਰੀਮ ਲਾ ਲਈ ਏ? ਕਰੁਣਾ ਨੇ ਜਿਵੇਂ ਉਹ ਚਟਾਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਓਹੋ ਅੰਮੀ, ਮੈਂ ਤੇ ਭੁੱਲ ਹੀ ਗਈ, ਲੀਨੂ ਨੇ ਇੱਕਦਮ ਰਜਾਈ ਵਿੱਚੋਂ ਉੱਠਦਿਆਂ ਕਿਹਾ, ਜਿਵੇਂ ਸਭ ਤੋਂ ਜ਼ਰੂਰੀ ਕੰਮ ਇਹ ਹੀ ਸੀ ਜਿਹੜਾ ਉਹ ਭੁੱਲ ਗਈ ਹੋਵੇ। ਠਹਿਰ ਜਾ, ਮੈਂ ਦਿੰਦੀ ਹਾਂ। ਕਰੁਣਾ ਨੇ ਅਲਮਾਰੀ ਵਿੱਚੋਂ ਕਰੀਮ ਕੱਢ ਕੇ ਲੀਨੂ ਨੂੰ ਫੜਾਈ। ਉਹ ਜਿਵੇਂ ਇਸ ਯਾਦ ਆਏ ਕੰਮ ਦੀ ਸ਼ੁਕਰਗੁਜ਼ਾਰ ਸੀ ਜਿਸ ਨੇ ਪਲਾਂ ਦੇ ਤਣਾਅ ਨੂੰ ਰਤਾ ਘਟਾਇਆ ਸੀ। ਕਰੀਮ ਲਾ ਕੇ ਲੀਨੂ ਲੇਟ ਗਈ ਤੇ ਉਹਨੇ ਅੱਖਾਂ ਮੀਟ ਲਈਆਂ। ਕਰੁਣਾ ਨੇ ਬੱਤੀ ਬੁਝਾ ਦਿੱਤੀ ਤੇ ਲੇਟ ਗਈ। ਪਤਾ ਨਹੀਂ ਕਿੰਨਾ ਚਿਰ ਗੁਜ਼ਰ ਗਿਆ। ਨਾਲ ਦੇ ਕਮਰੇ ਵਿੱਚ ਟੈਲੀਫੋਨ ਦੀ ਘੰਟੀ ਵੱਜੀ। ਹੈਲੋ ਹੈਲੋ, ਕਰੁਣਾ ਕੀ ਕਰ ਰਹੀ ਹੈ? ਓਹ ਤੋਸ਼ੀ, ਕੁਝ ਨਹੀਂ, ਬਸ ਐਵੇਂ ਹੀ ਲੇਟੀ ਸਾਂ। ਮੈਂ ਸ਼ਾਮੀ ਵੀ ਤੈਨੂੰ ਰਿੰਗ ਕੀਤਾ ਸੀ, ਤੂੰ ਘਰ ਹੀ ਨਹੀਂ ਸੀ। ਹਾਂ, ਮੈਂ ਤੇ ਲੀਨੂ ਜਰਾ ਗਈਆਂ ਸਾਂ ਬਾਹਰ। ਲੀਨੂ ਕਿੱਥੇ ਵੇ? ਉਹ ਤੇ ਸੌਂ ਗਈ ਹੈ। ਅੱਛਾ, ਬਸ ਐਵੇਂ ਹੀ ਮੈਂ ਸੋਚਿਆ ਪੁੱਛਾਂ ਕਿ ਪਤਾ ਨਹੀਂ ਕੀ ਕਰਨੀ ਹੈ। ਉਹ ਤੋਸ਼ੀ, ਕਰੁਣਾ ਦਾ ਜੀ ਕੀਤਾ ਤੋਸ਼ੀ ਉਹਦੇ ਨਾਲ ਐਕਟਿੰਗ ਨਾ ਕਰੇ। ਤੋਸ਼ੀ ਉਹਦੀ ਬੜੀ ਸਨੇਹ ਵਾਲੀ, ਬੜੀ ਡੂੰਘੀ ਦੋਸਤ ਸੀ। ਕਰੁਣਾ, ਮੈਂ ਥੋੜੇ ਚਿਰ ਲਈ ਆ ਜਾਵਾਂ? ਤੋਸ਼ੀ ਜਿਵੇਂ ਤਰਲਾ ਕੱਢ ਰਹੀ ਸੀ। ਹਾਂ, ਆ ਜਾ, ਕਰੁਣਾ ਨੇ ਰਤਾ ਰੋਕ ਕੇ ਕਿਹਾ। ਹਰ ਤਕਲੀਫ ਵੇਲੇ ਉਹਨੂੰ ਬਿਲਕੁਲ ਇਕੱਲਿਆਂ ਰਹਿਣਾ ਪਸੰਦ ਸੀ, ਪਰ ਤੋਸ਼ੀ ਦੀ ਗੱਲ ਹੋਰ ਸੀ। ਕੁਝ ਚਿਰ ਮਗਰੋਂ ਤੋਸ਼ੀ ਆ ਗਈ। ਕਿਹਦੇ ਨਾਲ ਆਈ ਹੈ? ਕਰੁਣਾ ਨੇ ਪੁੱਛਿਆ। ਡਰਾਈਵਰ ਆਇਆ ਏ, ਗੱਡੀ ਖੜੀ ਹੈ ਥੱਲੇ। ਫਿਰ ਦੋਵੇਂ ਚੁੱਪਚਾਪ ਬੈਠ ਗਈਆਂ। ਕਾਫੀ ਦਾ ਕੱਪ ਪੀਏਂਗੀ? ਕਰੁਣਾ ਨੇ ਪੁੱਛਿਆ। ਕੋਈ ਲੋੜ ਨਹੀਂ ਇਸ ਵੇਲੇ। ਤੋਸ਼ੀ ਦੇ ਸੰਗ ਵਿੱਚ ਕੁਝ ਅਟਕ ਰਿਹਾ ਸੀ। ਬਈ ਇੱਕ ਗਰਮ ਕੱਪ ਉੱਤੇ ਮੇਰਾ ਤਾਂ ਦਿਲ ਕਰ ਰਿਹਾ ਏ। ਕਰੁਣਾ ਨੇ ਸਿਰਫ ਕੁਝ ਕਰਨ ਲਈ ਕਿਹਾ। ਚੰਗਾ, ਠੀਕ ਹੈ। ਕਰੁਣਾ ਨੇ ਬਿਜਲੀ ਦੀ ਕੇਤਲੀ ਲਈ ਤੇ ਉਸੇ ਕਮਰੇ ਵਿੱਚ ਉਹਦਾ ਪਲੱਗ ਲਾ ਦਿੱਤਾ ਤੇ ਆ ਕੇ ਦੀਵਾਨ ਤੇ ਬਹਿ ਗਈ। ਤੋਸ਼ੀ ਨੇ ਇੱਕ ਪਲ ਕਰੁਣਾ ਵੱਲ ਤੱਕਿਆ, ਫਿਰ ਉਹ ਦੂਜੇ ਪਾਸੇ ਤੱਕਣ ਲੱਗੀ। ਇਹੋ ਜਿਹੇ ਵੇਲੇ ਕੋਈ ਕਿਸੇ ਨੂੰ ਕੀ ਆਖੇ। ਉਹਨੇ ਇੱਕ ਡੂੰਘਾ ਜਿਹਾ ਸਾਹ ਭਰਿਆ ਤੇ ਫਿਰ ਉਹਨੂੰ ਹੌਲੀ-ਹੌਲੀ ਬਾਹਰ ਕੱਢਣ ਲੱਗੀ ਤਾਂ ਜੋ ਕਰੁਣਾ ਉਸ ਸਾਹ ਦੀ ਆਵਾਜ਼ ਨਾ ਸੁਣ ਲਵੇ। ਉਸ ਔਖੀ ਤੇ ਭਾਰੀ ਚੁੱਪ ਵਿੱਚ ਦੋਹਾਂ ਨੂੰ ਕੇਤਲੀ ਵਿੱਚ ਗੁਨਗੁਨਾਉਂਦੇ ਪਾਣੀ ਦੀ ਆਵਾਜ਼ ਸੁਣਾਈ ਦੇਣ ਲੱਗ ਪਈ ਸੀ। ਕਰੁਣਾ ਨੂੰ ਪਤਾ ਸੀ ਹਾਲੇ ਪਾਣੀ ਉਬਲਿਆ ਨਹੀਂ, ਫਿਰ ਵੀ ਉਹਨੇ ਉੱਠ ਕੇ ਕੇਤਲੀ ਦਾ ਢੱਕਣ ਲਾ ਕੇ ਉਹਦੇ ਅੰਦਰ ਝਾਕਿਆ। ਕੇਤਲੀ ਦੇ ਪਾਸਿਆਂ ਨਾਲ ਪਾਣੀ ਦੀਆਂ ਨਿੱਕੀਆਂ-ਨਿੱਕੀਆਂ ਗੋਲੀਆਂ ਮੋਤੀਆਂ ਦੇ ਦਾਣਿਆਂ ਵਾਂਗੂ ਪਰੋਈਆਂ ਜਾ ਰਹੀਆਂ ਸਨ। ਕਰੁਣਾ ਨੇ ਢੱਕਣ ਫਿਰ ਰੱਖ ਦਿੱਤਾ। ਠੰਡ ਵਿੱਚ ਗਰਮ ਕਾਫੀ ਦਾ ਪਿਆਲਾ ਕਿੰਨੀ ਖੁਸ਼ੀ ਦਿੰਦਾ ਹੈ, ਕਰੁਣਾ ਨੇ ਕਿਹਾ। ਮੇਰਾ ਵੀ ਜੀ ਕਰ ਰਿਹਾ ਹੈ ਹੁਣ ਤੇ, ਤੋਸ਼ੀ ਨੇ ਕਿਹਾ। ਭਾਵੇਂ ਕਾਫੀ ਦੀ ਉਹਨੂੰ ਉੱਕਾ ਵੀ ਲੋੜ ਨਹੀਂ ਸੀ। ਕਰੁਣਾ ਰਸੋਈ ਵਿੱਚੋਂ ਕੱਪ ਲੈਣ ਗਈ ਤਾਂ ਤੋਸ਼ੀ ਵੀ ਉਹਦੇ ਮਗਰ ਆ ਗਈ। ਕਾਫੀ ਤਿਆਰ ਹੋ ਗਈ। ਚੁੱਪਚਾਪ ਆਪਣਾ ਕੱਪ ਫੜ ਕੇ ਦੋਵੇਂ ਪੀਣ ਲੱਗੀਆਂ। ਕਰੁਣਾ, ਕੋਈ ਗੱਲ ਤਾਂ ਕਰ। ਤੋਸ਼ੀ ਜਿਵੇਂ ਉਹ ਚੁੱਪ ਤੋਂ ਘਬਰਾ ਉੱਠੀ ਸੀ। ਅਚਾਨਕ ਕਰੁਣਾ ਦੀਆਂ ਅੱਖਾਂ ਭਰ ਆਈਆਂ। ਉਸ ਪਲ ਵਿੱਚ ਪਤਾ ਨਹੀਂ ਕਿੰਜ ਉਹਦਾ ਕਠੋਰ ਜ਼ਬਤ ਖੁਰ ਗਿਆ। ਕਰੁਣਾ ਦੇ ਹੱਥ ਲਰਜ਼ ਰਹੇ ਸਨ। ਪਿਆਲਾ ਉਹਨੇ ਮੇਜ਼ ਉੱਤੇ ਰੱਖ ਦਿੱਤਾ ਤੇ ਤੋਸ਼ੀ ਨੇ ਹੱਥ ਵਧਾ ਕੇ ਕਰੁਣਾ ਦੀਆਂ ਉਂਗਲਾਂ ਨੂੰ ਛੋਹਿਆ ਤੇ ਪੋਲੀ ਜਿਹੀ ਉਹਨਾਂ ਨੂੰ ਥਾਪੜ ਦਿੱਤਾ। ਤੋਸ਼ੀ ਉੱਠ ਕੇ ਬਾਹਰ ਗਈ। ਕਾਰ ਸਟਾਰਟ ਹੋਣ ਦੀ ਆਵਾਜ਼ ਆਈ। ਵਾਪਸ ਆ ਕੇ ਤੋਸ਼ੀ ਨੇ ਕਿਹਾ, ਮੈਂ ਡਰਾਈਵਰ ਦੇ ਹੱਥ ਸੁਨੇਹਾ ਭੇਜ ਦਿੱਤਾ ਹੈ ਕਿ ਰਾਤ ਮੈਂ ਇੱਥੇ ਹੀ ਰਹਾਂਗੀ। ਕਰੁਣਾ ਨੂੰ ਇਸ ਗੱਲ ਨਾਲ ਤਸੱਲੀ ਨਾ ਹੋਈ, ਨਾ ਉਲਝਣ ਹੋਈ। ਬਸ ਚੁੱਪਚਾਪ ਉਹ ਬੈਠੀ ਰਹੀ, ਝੋਲੀ ਵਿੱਚ ਪਏ ਆਪਣੇ ਦੋਹਾਂ ਹੱਥਾਂ ਨੂੰ ਖਾਮੋਸ਼ ਤੱਕਦੀ ਰਹੀ। ਤੋਸ਼ੀ ਨੇ ਉਹਦਾ ਕੱਪ ਚੁੱਕ ਕੇ ਉਹਨੂੰ ਫੜਾ ਦਿੱਤਾ। ਆਪਣਾ ਕੱਪ ਚੁੱਕ ਕੇ ਉਹ ਕਾਫੀ ਦੇ ਨਿੱਕੇ-ਨਿੱਕੇ ਘੁੱਟ ਭਰਨ ਲੱਗੀ। ਮੈਂ ਇਸੇ ਘੜੀ ਤੋਂ, ਇਹਨਾਂ ਹੀ ਪਲਾਂ ਤੋਂ ਇੰਨੇ ਵਰੇ ਤਰਹਿੰਦੀ ਰਹੀ ਹਾਂ।
ਇਸੇ ਘੜੀ ਤੋਂ ਡਰਦਿਆਂ ਮੈਂ 13 ਵਰ੍ਹੇ ਉਸ ਘਰ ਵਿੱਚ ਕੱਟੇ ਜਿੱਥੇ ਮੈਂ ਹਰ ਰੋਜ਼ ਮਰਦੀ ਰਹੀ, ਹਰ ਰੋਜ਼ ਮਰਦੀ ਰਹੀ। ਕਰੁਣਾ ਜਿਵੇਂ ਬਹੁਤੀ ਆਪਣੇ ਆਪ ਤੇ ਥੋੜੀ ਤੋਸ਼ੀ ਨਾਲ ਗੱਲ ਕਰ ਰਹੀ ਸੀ। ਤੋਸ਼ੀ ਚੁੱਪ ਸੀ। ਜਦੋਂ ਵੀ ਕਦੇ ਉਸ ਘਰ ਦੀਆਂ ਦਹਿਲੀਜ਼ਾਂ ਤੋਂ ਬਾਹਰ ਜਾਣ ਦਾ ਖਿਆਲ ਆਇਆ, ਲੀਨੂ ਦਾ ਮੂੰਹ ਮੇਰੇ ਅੱਗੇ ਆ ਖਲੋਤਾ। ਇਸੇ ਘੜੀ ਤੋਂ ਡਰਦਿਆਂ ਮੇਰੇ ਪੈਰ ਵੱਜ ਜਾਂਦੇ ਰਹੇ। ਵੇਖ ਕਰੁਣਾ, ਇੱਕ ਵਾਰ ਹਿੰਮਤ ਕਰਕੇ ਤੂੰ ਇੱਕ ਕਦਮ ਚੁੱਕਿਆ ਏ, ਹੁਣ ਜੀ ਛੋਟਾ ਨਾ ਕਰ। ਨਹੀਂ ਤੋਸ਼ੀ, ਦਿਲ ਤੇ ਮੈਂ ਬਿਲਕੁਲ ਪੱਕਾ ਕੀਤਾ ਹੋਇਆ ਏ, ਪਰ ਉਹਦੇ ਅੰਦਰ ਕੁਝ ਤਰੁੰਡਿਆ ਜਾ ਰਿਹਾ ਸੀ। ਉੱਠ ਕੇ ਉਹਨੇ ਕੇਤਲੀ ਵਿੱਚ ਹੋਰ ਪਾਣੀ ਪਾ ਦਿੱਤਾ ਤੇ ਫਿਰ ਪਲੱਗ ਲਾ ਦਿੱਤਾ। ਉੱਠਣ ਬੈਠਣ ਨਾਲ ਉਹਨੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਖਿਲਰੇ ਜਾਂਦੇ ਖਿਆਲਾਂ ਨੂੰ ਇਕੱਠਿਆਂ ਕਰਨ ਦੀ ਕੋਸ਼ਿਸ਼ ਕੀਤੀ। ਵਕੀਲ ਨੂੰ ਮਿਲੀ ਸੈਂ? ਨਹੀਂ, ਕੱਲ ਮਿਲੀ ਸਾਂ। ਕੁਝ ਆਖਦਾ ਸੀ ਉਹ? ਉਹੀ ਗੱਲ ਕਿ ਬੱਚਾ ਮਾਂ ਜਾਂ ਪਿਓ ਵਿੱਚੋਂ ਕਿਸੇ ਇੱਕ ਨੂੰ ਦਿੱਤਾ ਜਾਏ। ਇਸ ਬਾਰੇ ਜੱਜ ਦੀ ਮਰਜ਼ੀ ਹੈ, ਜਿਵੇਂ ਉਹ ਠੀਕ ਸਮਝੇ। ਲੈ, ਜਹੰਨਮ 'ਚ ਜਾਏ ਇਹ ਕਾਨੂੰਨ। ਮਾਂ ਦਾ ਬੱਚੇ ਉੱਤੇ ਹੱਕ ਨਹੀਂ? ਜੰਮੇ ਮਾਂ, ਪਾਲੇ ਮਾਂ, ਫਰਜ਼ ਜਾਲੇ ਮਾਂ। ਤੋਸ਼ੀ ਝੁੰਝਲਾ ਰਹੀ ਸੀ ਤੇ ਕਰੁਣਾ ਨੂੰ ਸਾਰੇ ਜ਼ਫਰ ਜਾਲੇ ਹੋਏ ਯਾਦ ਆ ਰਹੇ ਸਨ। ਕਿੰਜ ਲੀਨੂ ਨੂੰ ਉਹਨੇ ਪਾਲਿਆ ਸੀ, ਕਿੰਜ ਮਾਂ ਤੇ ਪਿਓ ਦੋਵਾਂ ਦਾ ਪਿਆਰ ਉਹ ਇਕੱਲੀ ਨੂੰ ਹੀ ਦਿੰਦੀ ਰਹੀ ਸੀ। ਕਿੰਜ ਆਨੰਦ ਦੇ ਦਿਲ ਵਿੱਚ ਆਪਣੀ ਬੱਚੀ ਲਈ ਰਤਾ ਮੋਹ ਨਹੀਂ ਸੀ। ਸ਼ੇਰ ਚੀਤੇ ਵੀ ਆਪਣੇ ਬੱਚਿਆਂ ਨਾਲ ਮੋਹ ਕਰਦੇ ਨੇ, ਉਹਨਾਂ ਦੀ ਰਾਖੀ ਕਰਦੇ ਨੇ, ਪਰ ਇਹ ਆਨੰਦ ਸੀ ਕਿ ਇਸ ਆਨੰਦ ਨੂੰ ਵੀ ਤੰਗ ਕਰਨ ਦਾ ਬਸ ਇਹੋ ਤਰੀਕਾ ਲੱਭਿਆ। 2.5 ਵਰ੍ਹਿਆਂ ਵਿੱਚ ਮਸਾਂ ਤੂੰ ਇਹ ਘਰ ਬਣਾਇਆ ਸੀ। ਲੀਨੂ ਵੀ ਸਿਆਣੀ ਹੋ ਗਈ ਹੈ। ਇੰਨੇ ਸਾਲਾਂ ਮਗਰੋਂ ਰਤਾ ਤੈਨੂੰ ਚੈਨ ਮਿਲਿਆ ਸੀ ਤੇ ਹੁਣ ਸੂਹ ਅਰਜ਼ੀ ਕਰ ਦਿੱਤੀ ਬਈ ਬੱਚੀ ਮੈਨੂੰ ਸੌਂਪੀ ਜਾਏ। ਕੋਈ ਪੁੱਛੇ, ਤੂੰ ਉਹਨੂੰ ਪਿਆਰ ਨਹੀਂ ਕਰਨਾ, ਉਹਨੂੰ ਪਾਲਣਾ ਨਹੀਂ, ਉਹਦੇ ਉੱਤੇ ਖਰਚ ਨਹੀਂ ਕਰਨਾ, ਇਹ ਅਰਜ਼ੀ ਸਿਰਫ ਦੁੱਖ ਦੇਣ ਵਾਸਤੇ? ਕਰੁਣਾ ਦੇ ਮੂੰਹ ਵੱਲ ਤੱਕ ਕੇ ਤੋਸ਼ੀ ਨੂੰ ਆਨੰਦ ਉੱਤੇ ਹੋਰ ਗੁੱਸਾ ਆ ਰਿਹਾ ਸੀ, ਹੋਰ ਝੰਜਲਾਹਟ ਹੋ ਰਹੀ ਸੀ। ਕੇਤਲੀ ਵਿੱਚ ਪਾਣੀ ਦੇ ਗੜਕਣ ਦਾ ਖੜਾਕ ਆ ਰਿਹਾ ਸੀ। ਕਰੁਣਾ ਨੇ ਉੱਠ ਕੇ 2 ਕੱਪ ਹੋਰ ਬਣਾ ਲਏ। ਆਪਣਾ ਕੱਪ ਮੇਜ਼ ਉੱਤੇ ਰੱਖ ਕੇ ਉਹ ਅੰਦਰ ਚਲੀ ਗਈ। ਤੋਸ਼ੀ ਨੇ ਉੱਠ ਕੇ ਰਤਾ ਕੋ ਦੂਜੇ ਕਮਰੇ ਵਿੱਚ ਝਾਕਿਆ। ਕਰੁਣਾ ਲੀਨੂ ਉੱਤੇ ਰਜਾਈ ਦੇ ਰਹੀ ਸੀ। ਤੋਸ਼ੀ ਝਟਪਟ ਵਾਪਸ ਆ ਕੇ ਸੋਫੇ ਉੱਤੇ ਬੈਠ ਗਈ। ਕਰੁਣਾ ਵਾਪਸ ਆਈ ਤੇ ਉਹਦੇ ਮੂੰਹ ਉੱਤੇ ਅਣਵਗੇ ਅਥਰੂਆਂ ਦਾ ਇੰਨਾ ਖਿਚਾਓ ਸੀ ਕਿ ਉਹਦੀਆਂ ਗੱਲਾਂ ਫਰਕ ਰਹੀਆਂ ਸਨ। ਦੀਵਾਨ ਉੱਤੇ ਬੈਠਦਿਆਂ ਹੀ ਉਹਨੇ ਦੋਵੇਂ ਹੱਥਾਂ ਨਾਲ ਮੂੰਹ ਲੁਕਾ ਲਿਆ ਤੇ ਫਫਕ ਕੇ ਰੋਣ ਲੱਗ ਪਈ। ਤੋਸ਼ੀ ਵੀ ਆ ਕੇ ਦੀਵਾਨ ਉੱਤੇ ਬੈਠ ਗਈ। ਚੁੱਪਚਾਪ ਉਹਨੇ ਕਰੁਣਾ ਦੇ ਕੰਬਦੇ ਮੋਢਿਆਂ ਦੁਆਲੇ ਆਪਣੀ ਬਾਂਹ ਵਲਾ ਲਈ। ਸੋਚਨੀਆਂ, ਜੇ ਜੱਜ ਨੇ ਲੀਨੂ ਆਨੰਦ ਨੂੰ ਹੀ ਦੇ ਦਿੱਤੀ ਤੇ ਉਹ ਲੀਨੂ ਨੂੰ ਲੈ ਗਏ ਤਾਂ ਰਾਤੀ ਇਹਦੇ ਉੱਤੇ ਰਜਾਈ ਕੌਣ ਦਿਆ ਕਰੇਗਾ? ਤੋਸ਼ੀ ਦਾ ਜੀ ਕੀਤਾ ਕਿਤੇ ਲੁੱਕ ਕੇ ਰੋਏ। ਉਹਦੇ ਸੰਗ ਵਿੱਚ ਕੁਝ ਸੁਲਗ ਰਿਹਾ ਸੀ। ਕਰੁਣਾ ਨੇ ਆਪਣੇ ਆਪ ਨੂੰ ਸੰਭਾਲਿਆ। ਹਸ਼ਾ ਤੋਸ਼, ਤੂੰ ਇਸੇ ਦੀਵਾਨ ਉੱਤੇ ਸੌਂ ਜਾਈਂ। ਹਾਲਾਂਕਿ ਕਰੁਣਾ ਨੂੰ ਪਤਾ ਸੀ ਕਿ ਤੋਸ਼ੀ ਜਦੋਂ ਰਾਤੀ ਉਹਦੇ ਕੋਲ ਰਹਿੰਦੀ ਸੀ, ਦੀਵਾਨ ਉੱਤੇ ਹੀ ਸੌਂਦੀ ਸੀ। ਤੋਸ਼ੀ ਨੇ ਸਿਰ ਹਿਲਾ ਕੇ ਹਾਂ ਕਰ ਦਿੱਤੀ। ਕਰੁਣਾ ਅੰਦਰੋਂ ਇੱਕ ਚਿੱਟੀ ਚਾਦਰ ਲੈ ਆਈ ਤੇ ਇੱਕ ਰਜਾਈ ਲੈ ਆਈ। ਆਪਣਾ ਨਾਈਟ ਸੂਟ ਉਹਨੇ ਤੋਸ਼ੀ ਨੂੰ ਦੇ ਦਿੱਤਾ ਤੇ ਖਾਲੀ ਕੱਪ ਟਰੇ ਵਿੱਚ ਰੱਖ ਰਸੋਈ ਵਿੱਚ ਲੈ ਗਈ। ਬੱਤੀ ਬੁਝਾ ਕੇ ਉਹ ਆਪਣੇ ਮੰਜੇ ਉੱਤੇ ਲੇਟ ਗਈ। ਕਰੁਣਾ ਨੂੰ ਇਹ ਸਮਝ ਨਹੀਂ ਸੀ ਆ ਰਹੀ ਕਿ ਉਹ ਕੀ ਚਾਹੁੰਦੀ ਸੀ। ਇਹ ਰਾਤ ਇੰਨੀ ਲੰਮੀ ਹੋ ਜਾਏ ਕਿ ਮੁੱਕੇ ਹੀ ਨਾ, ਜਾਂ ਝਟਪਟ ਮੁੱਕ ਜਾਏ। ਸਵੇਰ ਹੋ ਜਾਏ, ਫੈਸਲਾ ਹੋ ਜਾਵੇ ਤੇ ਇਹ ਘੁੱਟਣ ਖਤਮ ਹੋ ਜਾਵੇ। ਉਹ ਕੁਝ ਵੀ ਨਹੀਂ ਸੀ ਚਾਹ ਰਹੀ, ਉਹ ਕੁਝ ਵੀ ਨਹੀਂ ਸੀ ਉਡੀਕ ਰਹੀ, ਉਹ ਕੁਝ ਵੀ ਨਹੀਂ ਸੀ ਸੋਚ ਰਹੀ। ਰਾਤ ਕਾਫੀ ਗੁਜ਼ਰ ਗਈ ਸੀ। ਕਰੁਣਾ ਉੱਠੀ ਤੇ ਚੁੱਪਚਾਪ ਲੀਨੂ ਦੇ ਨਾਲ ਲੇਟ ਗਈ। ਲੀਨੂ ਦੀ ਗੱਲ ਉੱਤੇ ਉਹਨੇ ਹੌਲੀ ਜਿਹੇ ਆਪਣੇ ਬੁੱਲ੍ਹ ਰੱਖ ਦਿੱਤੇ। ਦੋਸਤੋ, ਇਹ ਸੀ ਅਜੀਤ ਕੌਰ ਦੀ ਕਲਮ ਤੋਂ
ਪੰਜਾਬੀ ਕਹਾਣੀ ਸੂਲੀ ਉੱਤੇ ਲਟਕੇ ਪਲ। ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ। ਹੋਰ ਵੀ ਕਹਾਣੀਆਂ ਸੁਣਨ ਦੇ ਲਈ ਪੰਜਾਬੀ ਸਾਹਿਤਿਕ ਮੰਚ YouTube ਚੈਨਲ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਦੀ ਨਾਲ ਬੈਲ ਆਈਕਨ ਦਬ ਲੈਣਾ। ਤਾਂ ਮਿਲਦੇ ਹਾਂ ਜੀ ਅਗਲੀ ਵਾਰੀ ਇੱਕ ਨਵੀਂ ਕਹਾਣੀ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।